ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਪ੍ਰੀਤ ਕੌਰ ਪੰਜਾਬੀ ਐਜੂਕੇਸ਼ਨ ਚੈਨਲ ਦੇ ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਅੱਜ ਇੱਕ ਅਜਿਹਾ ਟੌਪਿਕ ਜਿਸ ਦਾ ਕਿ ਜਿਹੜੇ 6ਵੀਂ ਜਮਾਤ ਤੋਂ ਲੈ ਕੇ ਇਹ ਟੌਪਿਕ ਸ਼ੁਰੂ ਹੋ ਜਾਂਦਾ ਹੈ। 6ਵੀਂ ਜਮਾਤ ਤੋਂ ਲੈ ਕੇ NT-NET ਤੱਕ ਇਹ ਜਿਹੜੀ ਇਸ ਤਰ੍ਹਾਂ ਦੇ ਆਪਾਂ ਨੂੰ ਕੁਐਸਚਨ ਪੁੱਛੇ ਜਾ ਸਕਦੇ ਆ। ਸਾਡਾ ਅੱਜ ਦਾ ਟੌਪਿਕ ਹੈ ਕਿਰਿਆ ਵੰਡ। ਅੱਜ ਦਾ ਟੌਪਿਕ ਹੈ ਕਿਰਿਆ ਵੰਡ। ਕਿਰਿਆ ਕੀ ਹੈ ਸਭ ਨੂੰ ਪਤਾ ਹੈ। ਕਿਰਿਆ ਕਿਸੇ ਵੀ ਕੰਮ ਦਾ ਹੋਣਾ। ਕਿਰਿਆ ਵਾਕ ਦੇ ਵਿੱਚ ਜਦੋਂ ਕਿਸੇ ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਉਹਨੂੰ ਕਿਰਿਆ ਕਹਿੰਦੇ ਆ। ਪਰ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਕਿਰਿਆ ਦੀ ਵੰਡ ਹੈ ਜਿਹੜੀ 4 ਪ੍ਰਕਾਰ ਦੀ ਹੁੰਦੀ ਹੈ। ਕਿਰਿਆ ਵੰਡ ਹੈ ਜਿਹੜੀ ਉਹ 4 ਪ੍ਰਕਾਰ ਦੀ ਹੈ। ਪਹਿਲੀ ਪ੍ਰਕਾਰ ਦੀ ਕਿਰਿਆ ਵੰਡ ਹੈ ਜਿਹੜੀ ਪਹਿਲੀ ਪ੍ਰਕਾਰ ਦੀ ਵੰਡ ਉਹ ਹੈ ਆਕਰਮਕ ਕਿਰਿਆ। ਦੋ ਤਰ੍ਹਾਂ ਦੀ ਹੈ, ਆਕਰਮਕ ਕਿਰਿਆ ਤੇ ਸਕਰਮਕ ਕਿਰਿਆ। ਆਕਰਮਕ ਕਿਰਿਆ ਜਿਹਦੇ ਵਿੱਚ ਕਰਮ ਨਾ ਹੋਵੇ, ਸਿਰਫ ਕਿਰਿਆ ਹੋਵੇ। ਜਿਵੇਂ ਤੂੰ ਪੜ੍ਹ, ਉਹ ਲਿਖ ਰਿਹਾ ਹੈ, ਕੀ ਲਿਖ ਰਿਹਾ ਹੈ ਕੁਝ ਨਹੀਂ ਪਤਾ, ਤਾਂ ਇਹ ਹੈ। ਜਿਵੇਂ ਉਹ ਪੜ੍ਹ ਰਿਹਾ ਹੈ, ਉਹ ਲਿਖ ਰਿਹਾ ਹੈ, ਇਹ ਆਕਰਮਕ ਕਿਰਿਆ। ਇਹਦੇ ਵਿੱਚ ਕਿਰਿਆ ਦਾ ਹੈ ਉਹ ਪੜ੍ਹ ਰਿਹਾ, ਕੀ ਪੜ੍ਹ ਰਿਹਾ ਹੈ ਕਰਮ ਨਹੀਂ ਹੈ। ਉਹ ਲਿਖ ਰਿਹਾ ਹੈ, ਉਹ ਕੀ ਲਿਖ ਰਿਹਾ ਹੈ ਇਹ ਕਰਮ ਨਹੀਂ ਹੈ। ਪਰ ਜਿਹੜੀ ਸਕਰਮਕ ਕਿਰਿਆ ਹੈ ਉਹ ਕਿਤਾਬ ਪੜ੍ਹ ਰਿਹਾ ਹੈ, ਉਹ ਕਿਤਾਬ ਪੜ੍ਹ ਰਿਹਾ ਹੈ। ਉਸੇ ਤਰ੍ਹਾਂ ਹੀ ਉਹ ਪੱਤਰ ਲਿਖ ਰਿਹਾ ਹੈ, ਉਹ ਪੱਤਰ ਲਿਖ ਰਿਹਾ ਹੈ। ਇਹ ਹੈ ਸਕਰਮਕ ਕਿਰਿਆ। ਇਹਦੇ ਵਿੱਚ ਕਰਮ ਹੈ। ਜੇ ਆ ਕਿਰਿਆ ਆ ਕਰਮ, ਉਸੇ ਤਰ੍ਹਾਂ ਆ ਕਿਰਿਆ ਆ ਕਰਮ। ਇਹ ਹੈ ਸਕਰਮਕ ਕਿਰਿਆ। ਜਿੱਥੇ 2 ਕਰਮ ਹੋਣ, ਇੱਕ ਕਿਰਿਆ ਦੇ ਵਿੱਚ 2 ਕਰਮ ਹੋਣ ਉਹਨੂੰ ਕਹਿੰਦੇ ਆ ਦੁਕਰਮਕ ਕਿਰਿਆ। ਦੁਕਰਮਕ ਕਿਰਿਆ, ਦੁਕਰਮਕ ਕਿਰਿਆ। ਇਸੇ ਤਰ੍ਹਾਂ ਦੂਜੀ ਪ੍ਰਕਾਰ ਦੀ ਜਿਹੜੀ ਵੰਡ ਹੈ, ਇਹ ਸੀ ਪਹਿਲੀ ਪ੍ਰਕਾਰ ਦੀ ਵੰਡ। ਦੂਜੀ ਪ੍ਰਕਾਰ ਦੀ ਜਿਹੜੀ ਵੰਡ ਹੈ ਕਿਰਿਆ ਵੰਡ, ਉਹ ਹੁੰਦੀ ਹੈ 3 ਤਰ੍ਹਾਂ ਦੀ। ਪਹਿਲੀ ਸਧਾਰਨ, ਦੂਜੀ ਸਧਾਰਨ ਕਿਰਿਆ, ਦੂਜੀ ਹੈ ਪ੍ਰੇਰਨਾਰਥਕ ਕਿਰਿਆ। ਪ੍ਰੇਰਨਾਰਥਕ ਕਿਰਿਆ। ਤੀਜੀ ਹੈ ਦੂਰੀ ਪ੍ਰੇਰਨਾਰਥਕ ਕਿਰਿਆ। ਦੂਰੀ ਪ੍ਰੇਰਨਾਰਥਕ ਕਿਰਿਆ। ਹੁਣ ਜਿਹੜੀ ਸਧਾਰਨ ਕਿਰਿਆ ਹੈ, ਸਧਾਰਨ ਕਿਰਿਆ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੈ। ਜਿਹੜਾ ਕਿਰਿਆ ਆਪ ਕਰਦਾ ਹੈ ਕਰਤਾ। ਜਿਵੇਂ ਉਹ ਕਿਤਾਬ ਪੜ੍ਹ ਰਿਹਾ ਹੈ, ਮੈਂ ਸੇਬ ਖਾ ਰਿਹਾ ਹਾਂ। ਇਸ ਤੋਂ ਪਤਾ ਲੱਗਦਾ ਇਹਦੇ ਵਿੱਚ ਸਧਾਰਨ ਕਿਰਿਆ ਦੇ ਵਿੱਚ ਕਿ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੈ। ਪ੍ਰੇਰਨਾਰਥਕ ਕਿਰਿਆ, ਪ੍ਰੇਰਨਾਰਥਕ ਕਿਰਿਆ ਦੇ ਵਿੱਚ ਕੀ ਹੈ? ਜਿਹੜਾ ਕਰਤਾ ਹੈ ਉਹ ਪ੍ਰੇਰਨਾ ਦੇ ਕੇ ਅੱਗੇ ਕਿਸੇ ਨੂੰ ਪ੍ਰੇਰਨਾ ਦੇ ਕੇ ਕਿਸੇ ਤੋਂ ਕਿਰਿਆ ਕਰਵਾਉਂਦਾ ਹੈ। ਜਿਵੇਂ ਸਾਡੇ PT ਮਾਸਟਰ ਸਾਨੂੰ ਹਰ ਰੋਜ਼ ਕਸਰਤ ਕਰਵਾਉਂਦੇ ਹਨ, ਉਸੇ ਤਰ੍ਹਾਂ ਹੀ ਸਾਡੇ ਅਧਿਆਪਕ ਜੀ ਸਾਨੂੰ ਹਰ ਰੋਜ਼ ਕਿਤਾਬ ਪੜ੍ਹਾਉਂਦੇ ਹਨ। ਇਸ ਤਰ੍ਹਾਂ ਇਹਦੇ ਵਿੱਚ ਪ੍ਰੇਰਨਾਤਮਕ ਕਿਰਿਆ ਦੇ ਵਿੱਚ ਹੈ ਜਿਹੜਾ ਕਰਤਾ ਪ੍ਰੇਰਨਾ ਦੇ ਕੇ ਕਿਸੇ ਹੋਰ ਤੋਂ ਕਿਰਿਆ ਕਰਾਉਂਦਾ। ਉਸੇ ਤਰ੍ਹਾਂ ਹੈ ਦੂਰੀ ਪ੍ਰੇਰਨਾਰਥਕ ਕਿਰਿਆ। ਇਹਦੇ ਵਿੱਚ ਕੀ ਹੈ? ਜਿਹੜਾ ਕਰਤਾ ਹੈ ਉਹ ਪ੍ਰੇਰਨਾ ਦੇ ਕੇ ਕਿਸੇ ਹੋਰ ਨੂੰ ਤੀਜੇ ਤੋਂ ਕਿਰਿਆ ਕਰਵਾਉਣ ਲਈ ਕਹਿੰਦਾ ਹੈ। ਕਿਸੇ ਤੀਜੇ ਤੋਂ, ਕਿਸੇ ਹੋਰ ਨੂੰ ਤੀਜੇ ਤੋਂ ਕਿਰਿਆ ਕਰਵਾਉਣ ਲਈ ਕਹਿੰਦਾ ਹੈ ਜਾਂ ਤੀਜੇ ਤੋਂ ਕਿਰਿਆ ਕਰਵਾਉਂਦਾ ਹੈ। ਜਿਵੇਂ ਪਿਤਾ ਜੀ ਮੈਂ 7ਵੀਂ ਵਿੱਚੋਂ ਪਾਸ ਹੋ ਗਿਆ ਹਾਂ, ਦਰਜੀ ਨੂੰ ਕਹਿ ਕੇ ਮੇਰੀ ਨਵੀਂ ਕਮੀਜ਼ ਸਿਲਵਾ ਦਿਓ। ਹੁਣ ਉਹ ਆਪਣੇ ਪਿਤਾ ਕਰਤਾ ਹੈ ਜਿਹੜਾ ਉਹ ਪਿਤਾ ਜੀ ਨੂੰ ਕਹਿ ਕੇ ਅੱਗੇ ਦਰਜੀ ਤੋਂ ਕਮੀਜ਼ ਸਿਵਾਉਣ ਦੀ ਗੱਲ ਕਰ ਰਿਹਾ। ਤਾਂ ਇਸ ਤਰ੍ਹਾਂ ਜਿਹੜੀ ਇਹ ਹੈਗੀ ਹੈ ਸਧਾਰਨ ਕਿਰਿਆ ਦੇ ਵਿੱਚ
पता लगता है भी करता आप किरिया करदा। प्रेरणार्थक किरिया ਇਹਦੇ ਵਿੱਚ ਕਰਤਾ ਕਿਸੇ ਹੋਰ ਨੂੰ ਪ੍ਰੇਰਣਾ ਦੇ ਕੇ ਕਿਰਿਆ ਕਰਵਾਉਂਦਾ। ਦੂਹਰੀ ਪ੍ਰੇਰणार्थक ਕਿਰਿਆ ਇਹਦੇ ਵਿੱਚ ਜਿਹੜਾ ਕਰਤਾ ਹੈ ਕਿਸੇ ਹੋਰ ਨੂੰ ਪ੍ਰੇਰਣਾ ਦੇ ਕੇ ਕਿਸੇ ਤੀਜੇ ਤੋਂ ਕਿਰਿਆ ਕਰਵਾਉਣ ਲਈ ਕਹਿੰਦਾ ਹੈ। ਇਹ ਸੀ ਸਾਡੀ ਪਹਿਲੇ ਪ੍ਰਕਾਰ ਦੀ ਵੰਡ ਤੇ ਦੂਜੀ ਪ੍ਰਕਾਰ ਦੀ ਵੰਡ। ਹੁਣ ਅੱਗੇ ਆਪਾਂ ਕਰਦੇ ਹਾਂ ਤੀਜੀ ਪ੍ਰਕਾਰ ਦੀ ਕਿਰਿਆ ਵੰਡ। ਚਾਰ ਪ੍ਰਕਾਰ ਦੀ ਸਾਡੀ ਜਿਹੜੀ ਇਹ ਕਿਰਿਆ ਵੰਡ हैगी है। कई बार क्वेश्चन आ जाता है जिवें प्रेरणार्थक क्रिया की है, दूरी प्रेरणार्थक क्रिया की है। इस तरह जो कोई क्वेश्चन होता है तो ओदा आंसर आप फिर बड़े आराम नाल कर सकते हैं। तीजी प्रकार की जिहड़ी क्रिया वंड है, तीजी प्रकार की क्रिया वंड यह है अकैरी क्रिया। अकैरी क्रिया ते संयुक्त क्रिया। अकैरी क्रिया ते संयुक्त क्रिया। अकैरी क्रिया दे विच की है जदों एक ही शब्द तो कोई क्रिया दा पता लगे। क्रिया जदों एक ही शब्द होवे, जिवें तू पढ़, तू खा, तू सेब खा, एक ही क्रिया, ठीक है। खा इको शब्द बनता है, सेब खा, इस तरह सेब खा इको शब्द है क्रिया। अकैरी क्रिया किताब पढ़ इको शब्द है पढ़ क्रिया, ठीक है। ये होगी अकैरी क्रिया। संयुक्त क्रिया जो दो शब्दों तो एक तो वध शब्दों तो मिलके एक क्रिया बने तो उन्होंने कहते हैं संयुक्त क्रिया। दो जां वध शब्दों तो मिलके जिहड़ी क्रिया बने, यानी एक तो वध शब्दों तो मिलके जो क्रिया होंदी है। यह है जिवें मैं आप पाठ याद करांगा। हुण याद करांगा दोनों शब्दों तो मिलके एक क्रिया बन गई याद करांगा। एक ही संयुक्त क्रिया, जिवें तू घंटी वजा दिया कर, तू घंटी वजा दिया कर, ऐसा वजा दिया कर। तीन शब्दों तो मिलके जिहड़ी हैगी है क्रिया बनती है, तो यह हैगी संयुक्त क्रिया। चौथी प्रकार की जिहड़ी वंड हैगी है वो है मूल क्रिया। सहायक क्रिया, एक होंदी है संसर्गी क्रिया। संसर्गी क्रिया बहुत बारी क्वेश्चन आया भी है, संसर्गी क्रिया की है। टैट दे पेपर च भी ये क्वेश्चन आया हुआ है, संसर्गी क्रिया की है। मूल क्रिया की है जदों मेन जिहड़ी मुख्य क्रिया होंदी है, एक ही शब्द तो जदों क्रिया होंदी है उहदे विच होंदी है मूल क्रिया। जिवें पढ़, लिख, खा, दौड़, एक है मूल क्रिया। सहायक क्रिया की है हन, सी, सन। ये जिवें बनदा है भी वो पढ़ता है, जे आ मान लो आप इस तरह लाने जिवें वो पढ़ता है, वो पढ़ता है। ਇਹਦੇ ਵਿੱਚ ਆ मूल क्रिया आ सहायक क्रिया, ठीक है। ਜਦੋਂ ਤੁਹਾਨੂੰ ਵਾਕ ਦੇ ਅੰਤ ਦੇ ਵਿੱਚ ਕੱਲੀ ਸਹਾਇਕ क्रिया ਮਿਲੇ ਤਾਂ ਉਹਨੂੰ ਕਹਿੰਦੇ ਆ ਸੰਸਰਗੀ क्रिया। ਕੱਲੀ ਜਿਹੜੀ ਸਹਾਇਕ क्रिया ਜਦੋਂ ਤੁਹਾਨੂੰ ਵਾਕ ਦੇ ਅੰਤ ਦੇ ਵਿੱਚ ਮਿਲਦੀ ਹੈ ਤਾਂ ਉਹ ਹੈ ਸੰਸਰਗੀ क्रिया। ਤਾਂ ਇਹ ਸੀ ਆਪਣੀ क्रिया ਵੰਡ। ਚਾਰ ਪ੍ਰਕਾਰ ਦੀ ਹੁੰਦੀ ਹੈ क्रिया ਵੰਡ ਜੋ ਤੁਸੀਂ ਹੁਣੇ ਦੇਖ ਚੁੱਕੇ ਹੋ, ਕਰ ਚੁੱਕੇ ਹੋ। ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ? ਵੀਡੀਓ ਨੂੰ ਲਾਈਕ ਕਰੋ, ਅੱਗੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।